गौड़ी चेती एक ओंकार सतगुर प्रसाद। हर जस सुनहि न हर गुण गावह, बातन ही असमान गिरावह। ऐसे लोगन स्यों क्या कहिए, जो प्रभु कीए भगत ते बाहज। तिन ते सदा डराने रहिए रहाओ, आप न देह चुरू भर पानी। तेह निंद है जिह गंगा आनी, बैठत उठत कुटलता चाल है। आप गए और नहू काल है, छाड़ कुचर्चा आन ना जान है। ब्रह्मा हूँ को कहे ओ ना मान है, आप गए और नहू खोव है। आग लगाए मंदिर में सोव है, अवर्ण हस्त आप हैं काने। तिनको देख कबीर लज्जाने। प्रभ दातो दातार, परयो जाचक इक शरणा। मिलै दान संतरेण, जेह लग भव जल तरना। बिनत करो अरदास सुनो, जे ठाकुर पावै। देह दर्श मन चाओ, भगत एह मन ठहरावै। बलियो चिराग अंधियार में, बलियो चिराग अंधियार में। सब कल उधरी एक नाम धर्म, प्रगट सगल हर पवन में। जन नानक गुर पार ब्रह्म, प्रगट सगल हर पवन में। जन नानक गुर पार ब्रह्म। परम सन्मान योग सच्चे पातशाह शब्द गुरु दयानिध ਗਿਆਨ ਦੇ ਸਾਗਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਦੀਵਾਨਾਂ ਦਾ ਆਨੰਦ ਮਾਣ ਰਹੇ ਗੁਰਮੁਖ ਪਿਆਰੇ ਸਤ ਸੰਗਿਓ, ਲੜੀਵਾਰ ਵਿਚਾਰ ਵਿੱਚੋਂ ਭਗਤ ਕਬੀਰ ਜੀ ਦਾ ਪਾਵਨ ਪਵਿੱਤਰ ਬਚਨ ਆਪ ਜੀ ਨੇ ਹੁਣੇ ਸਰਵਨ ਕੀਤਾ ਹੈ। ਇਸ ਪਾਵਨ ਸ਼ਬਦ ਦੀ ਵਿਚਾਰ ਆਰੰਭਣ ਤੋਂ ਪਹਿਲਾਂ ਇਹਦਾ ਸੰਖੇਪ ਭਾਵ ਜਾਣ ਲੈਣਾ ਜ਼ਰੂਰੀ ਹੈ। ਅੱਜ ਦੇ ਸ਼ਬਦ ਵਿੱਚ ਕਬੀਰ ਜੀ ਕਹਿੰਦੇ ਨੇ ਕਿ ਕੁਝ ਮਨੁੱਖ ਨਾ ਤੇ ਕਦੀ ਆਪਣੇ ਮੂੰਹ ਤੋਂ ਉਸ ਅਕਾਲ ਪੁਰਖ ਦੀ ਉਸਤਤ ਕਰਦੇ ਨੇ ਔਰ ਨਾ ਉਹਦੀ ਉਸਤਤ ਨੂੰ ਸੁਣਦੇ ਨੇ, ਪਰ ਗੱਲਾਂ ਕਰਨ ਲੱਗਿਆਂ ਮਾਨੋ ਇੰਨੀਆਂ ਵੱਡੀਆਂ ਉੱਚੀਆਂ ਗੱਲਾਂ ਕਰ ਲੈਂਦੇ ਨੇ ਜਿਵੇਂ ਕਿ ਗੱਲਾਂ ਨਾਲ ਕੋਈ ਆਕਾਸ਼ ਨੂੰ ਡੇਗਦਾ ਹੈ। ਕਬੀਰ ਜੀ ਇਸ ਸਾਰੇ ਸ਼ਬਦ ਦਾ ਸਾਰ ਤੱਤ ਕਹਿੰਦੇ ਨੇ ਰਹਾਉ ਵਿੱਚ। ਕਹਿਣ ਲੱਗੇ ਜਿਹੜੇ ਮਨੁੱਖ ਰੱਬ ਦੀ ਭਗਤੀ ਤੋਂ ਵਾਂਝੇ ਨੇ, ਖਾਲੀ ਨੇ, ਉਹਨਾਂ ਬਾਰੇ ਕਹਿਣਾ ਵੀ ਸਾਰਥਕ ਨਹੀਂ ਹੈ, ਨੁਕਸਾਨਦੇਹ ਹੈ। ਸਦਾ ਹੀ ਚਾਹੀਦਾ ਹੈ ਐਸੇ ਮਨੁੱਖਾਂ ਤੋਂ ਦੂਰ ਰਹਿਣੇ ਵਿੱਚ ਭਲਾਈ ਹੈ। ਅੱਗੇ ਉਹਨਾਂ ਨੇ ਐਵੇਂ ਦੇ ਮਨੁੱਖ ਜਿਹੜੇ ਨਿੰਦਕ ਨੇ, ਕੁਚਰਚਾ ਕਰਦੇ ਨੇ, ਸੁੱਕੇ ਗਿਆਨ ਨਾਲ ਭਰੇ ਪਏ ਨੇ, ਕਹਿਣ ਲੱਗੇ ਆਪ ਉਹਨਾਂ ਕੋਲ ਇੱਕ ਪਾਣੀ ਦੀ ਬੂੰਦ ਵੀ ਨਹੀਂ ਪਿਆਉਣ ਵਾਸਤੇ ਕਿਸੇ ਨੂੰ। ਭਾਵ ਆਪਣੇ ਕੋਲ ਯਥਾਰਥ ਭਗਤੀ ਨਹੀਂ ਹੈ। ਤੇ ਜਿਨ੍ਹਾਂ ਨੇ ਕਮਾਈ ਕਰਕੇ ਇਸ ਧਰਤੀ ਤੇ ਨਾਮ ਤੇ ਬਾਣੀ ਦੇ ਪ੍ਰਵਾਹ ਤੇ ਦਰਿਆ ਵਹਾ ਦਿੱਤੇ ਨੇ,
ਉਹਨਾਂ ਦੀ ਨਿੰਦਿਆ ਦਿਨ ਰਾਤ ਕਰਦੇ ਨੇ। ਕਬੀਰ ਜੀ ਅਖੀਰ ਵਿੱਚ ਕਹਿੰਦੇ ਨੇ, ਐਸੇ ਮਨੁੱਖ ਇਸ ਤਰ੍ਹਾਂ ਨੇ ਜਿਵੇਂ ਕੋਈ ਮਨੁੱਖ ਕਿਸੇ ਮਕਾਨ ਨੂੰ ਚੌਹਾਂ ਪਾਸਿਓਂ ਅੱਗ ਲਾ ਕੇ ਤੇ ਆਪ ਵਿੱਚ ਸੌਂ ਜਾਏ। ਉਹ ਆਪ ਤੇ ਰੱਬ ਦੇ ਘਰੋਂ ਗਏ ਗੁਜ਼ਰੇ ਨੇ ਤੇ ਯਤਨ ਕਰਦੇ ਨੇ ਦੂਸਰਿਆਂ ਨੂੰ ਵੀ ਉੱਥੋਂ ਕੱਢ ਦੇਣ, ਭਾਵ ਘੱਲ ਦੇਣ। ਅਖੀਰ ਤੇ ਕਬੀਰ ਸਾਹਿਬ ਕਹਿੰਦੇ ਨੇ, ਕਹਿਣ ਲੱਗੇ ਦੂਜਿਆਂ ਵੱਲੋਂ ਵੇਖ ਕੇ ਉਹ ਦਿਨ ਰਾਤ ਹਾਸਾ ਮਖੌਲ ਕਰਦੇ ਨੇ, ਪਰ ਅਸਲ ਵਿੱਚ ਆਪ ਕਾਣੇ ਨੇ, ਭਾਵ ਉਹਨਾਂ ਦੀ ਇੱਕ ਅੱਖ ਕੋਈ ਨਹੀਂ ਸ਼ਰਧਾ ਵਾਲੀ। ਕਬੀਰ ਜੀ ਕਹਿੰਦੇ ਨੇ, ਮੈਂ ਇਹਨਾਂ ਵੱਲੋਂ ਵੇਖ ਕੇ ਬੋਲਣ ਜੋਗਾ ਨਹੀਂ ਰਿਹਾ, ਸ਼ਰਮ ਨਾਲ ਮੇਰਾ ਸਿਰ ਝੁਕ ਗਿਆ। ਤਿੰਨ ਕੋ ਦੇਖ ਕਬੀਰ ਲਜਾਨੇ, ਅਖੀਰਲੀ ਪੰਕਤੀ ਕਹਿੰਦੇ ਨੇ। ਅੱਜ ਦੇ ਸ਼ਬਦ ਦਾ ਭਾਵ ਵਾਚ ਗਿਆਨੀ, ਕੇਵਲ ਅੱਖਰਾਂ ਦਾ ਬਾਦਸ਼ਾਹ, ਜਿਹਦੇ ਕੋਲ ਬਹੁਤ ਸੋਹਣੀ ਪਰਸਨੈਲਿਟੀ ਹੈ ਬੋਲਣ ਦੀ, ਪਰ ਅੰਦਰੋਂ ਉਸ ਨਾਮ ਵਿੱਚ ਭਿੱਜਾ ਨਹੀਂ ਹੋਇਆ, ਨਿੰਦਕ ਹੈ। ਅਸਲ ਵਿੱਚ ਅੱਜ ਦਾ ਸ਼ਬਦ ਦੋਵਾਂ ਵਾਸਤੇ ਹੈ। ਇੱਕ ਉਹ ਨਿੰਦਕ ਜਿਹੜਾ ਗੁਰੂ ਨੂੰ ਮੰਨਦਾ ਹੀ ਨਹੀਂ, ਰੱਬ ਨੂੰ ਮੰਨਦਾ ਹੀ ਨਹੀਂ, ਤੇ ਦੂਸਰੀ ਤਰ੍ਹਾਂ ਦੇ ਉਹ ਨਿੰਦਕ ਨੇ ਜਿਨ੍ਹਾਂ ਨੂੰ ਗਿਆਨ ਆਉਂਦਾ ਹੈ ਪਰ ਉਹਨਾਂ ਕੋਲ ਸ਼ਰਧਾ ਨਹੀਂ, ਕੇਵਲ ਸੁੱਕੇ ਪੁੱਕੇ ਨਿੰਦਕ ਬਣ ਗਏ। ਆਓ ਕਬੀਰ ਜੀ ਅੱਜ ਦੇ ਸ਼ਬਦ ਵਿੱਚ ਸਾਕਤ ਦੇ ਸੰਗ ਤੋਂ ਬਚਣ ਦੀ ਪ੍ਰੇਰਨਾ, ਅੱਜ ਦੇ ਸ਼ਬਦ ਦਾ ਵਿਸ਼ੇਸ਼ ਭਾਵ ਆਪਾਂ ਲਵਾਂਗੇ ਕਿ ਪਰਮਾਰਥ ਰੱਬ ਦੇ ਘਰ ਦੇ ਵੱਲ ਜਾਂਦਿਆਂ ਇਹ ਵੀ ਇੱਕ ਪਰਹੇਜ਼ ਦੱਸਿਆ ਕਬੀਰ ਜੀ ਨੇ ਕਿ ਤਿੰਨ ਤੇ ਸਦਾ ਡਰਾਨੇ ਰਹੀਏ। ਇਹਨੂੰ ਆਧਾਰ ਬਣਾ ਕੇ ਇੱਕ ਰੱਬ ਦੇ ਘਰ ਵੱਲ ਜਾਣ ਵਾਸਤੇ ਪਰਹੇਜ਼ ਹੈ। ਸਮੂਹ ਸਾਧ ਸੰਗਤ ਕਰੋ ਕਿਰਪਾਲਤਾ, ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ। ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਹਰ ਜਸ ਸੁਣੈ ਨਾ ਹਰ ਗੁਣ ਗਾਵੈ, ਬਾਤਨ ਹੀ ਅਸਮਾਨ ਗਿਰਾਵੈ। ਐਸੇ ਲੋਗਨ ਸਿਉ ਕਿਆ ਕਹੀਐ, ਤਿਨ ਤੇ ਸਦਾ ਡਰਾਨੇ ਰਹੀਐ। ਉਹਨਾਂ ਤੋਂ ਸਦਾ ਦੂਰ ਰਹਿਣਾ ਚਾਹੀਦਾ ਹੈ ਜਿਹੜੇ ਮਨੁੱਖ ਪਰਮਾਤਮਾ ਤੋਂ ਟੁੱਟੇ ਹੋਏ ਕੇਵਲ ਗਿਆਨ ਨੂੰ ਜਾਣਦੇ ਨੇ। ਹਰ ਇੱਕ ਚੀਜ਼ ਵਿੱਚ ਧਿਆਨ ਦਿਓ, ਪਰਹੇਜ਼ ਕੰਮ ਕਰਦਾ ਹੈ। ਰੱਬ ਦੇ ਘਰ ਵਿੱਚ, ਧਰਮ ਦੀ ਦੁਨੀਆ ਵਿੱਚ ਵੀ ਕੁਝ ਪਰਹੇਜ਼ ਨੇ ਜਿਨ੍ਹਾਂ ਨੂੰ ਪਾਲਣਾ ਪੈਂਦਾ ਹੈ। ਜੇ ਉਹ ਪਰਹੇਜ਼ ਨਾ ਰੱਖੇ ਗਏ ਤੇ ਅਧਿਆਤਮਕ ਤੌਰ ਤੇ, ਧਾਰਮਿਕ ਤੌਰ ਤੇ ਮਨੁੱਖ ਪੂਰੀ ਤਰ੍ਹਾਂ ਤੰਦਰੁਸਤ ਨਹੀਂ ਹੋ ਸਕਦਾ। ਇਹ ਤੇ ਸਾਰੀਆਂ ਦਵਾਈਆਂ ਨੇ, ਨਾਮ ਜਪਣਾ, ਬਾਣੀ ਪੜ੍ਹਨੀ, ਸੇਵਾ ਕਰਨੀ, ਗੁਰਦੁਆਰੇ ਆਉਣਾ, ਦਾਨ ਕਰਨਾ, ਲੰਗਰ ਲਾਉਣਾ, ਇਹ ਸਾਰੀ ਦਵਾਈ ਹੈ। ਪਰ ਦਵਾਈ ਤਾਂ ਕੰਮ ਕਰੇਗੀ ਜੇ ਦਵਾਈ ਦੇ ਨਾਲ ਪਰਹੇਜ਼ ਰੱਖਿਆ, ਨਹੀਂ ਤੇ ਹੋ ਸਕਦਾ ਦਵਾਈ ਉਹਦੇ ਉਲਟ ਨੁਕਸਾਨ ਵੀ ਕਰ ਜਾਏ। ਮੈਂ ਫਿਰ ਬੇਨਤੀ ਕਰਾਂ, ਇਹ ਸਾਰੀ ਦਵਾਈ ਹੈ। ਸੰਸਾਰ ਰੋਗੀ ਨਾਮ ਦਾਰੂ, ਨਾਮ ਦਾਰੂ ਹੈ, ਦਾਰੂ ਦਾ ਅਰਥ ਹੈ ਦਵਾਈ। ਨਾਮ ਦਵਾਈ ਹੈ, ਪਰ ਦਵਾਈ ਦੇ ਨਾਲ ਕੁਝ ਪਰਹੇਜ਼ ਨੇ ਧਾਰਮਿਕ ਦੁਨੀਆ ਦੇ। ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਬੜੇ ਪਿਆਰੇ ਬਚਨ ਕਹਿੰਦੇ ਨੇ। ਕਹਿਣ ਲੱਗੇ, ਇੱਕ ਰੋਗੀ ਵੈਦ ਕੋਲ ਜਾ ਕੇ ਦਵਾਈ ਲੈਂਦਾ ਹੈ ਤੇ ਵੈਦ ਉਸ ਨੂੰ ਦਵਾਈ ਦੇ ਨਾਲ ਨਾਲ ਇਹ ਵੀ ਦੱਸਦਾ ਹੈ ਵੀ ਇਹ ਦਵਾਈ ਵਰਤਣੀ ਕਿਵੇਂ, ਔਰ ਇਹਦੇ ਨਾਲ ਤੂੰ ਕਿਹੜੀਆਂ ਚੀਜ਼ਾਂ ਖਾਣੀਆਂ ਨੇ, ਕਿਹੜੀਆਂ ਛੱਡਣੀਆਂ ਨੇ, ਕਿਵੇਂ ਦਾ ਪਰਹੇਜ਼ ਰੱਖਣਾ ਹੈ। ਤੂੰ ਗਰਮ ਪਾਣੀ ਨਾਲ ਇਸ਼ਨਾਨ ਕਰਨਾ ਹੈ, ਠੰਡੇ ਨਾਲ ਕਰਨਾ ਹੈ, ਆਰਾਮ ਕਰਨਾ ਹੈ ਜਾਂ ਕੰਮ ਕਰਨਾ ਹੈ, ਇਹ ਦੱਸਿਆ ਜਾਂਦਾ ਹੈ। ਕਹਿਣ ਲੱਗੇ, ਉਹ ਮਰੀਜ਼ ਦਵਾਈ ਲੈ ਕੇ ਭਾਵੇਂ ਬਿਲਕੁਲ ਸਹੀ ਉਸ ਦਵਾਈ ਨੂੰ ਖਾਈ ਜਾਏ,